एयरपोर्ट तो ही वापस मोड़ दिता जा रहा ਜਿਹੜੇ न्यूजीलैंड जाने के चाहवान टूरिस्ट वीज़ा ਤੇ खास तौर ਤੇ ਜਿਹੜੇ विजिटर वीज़ा ਤੇ जाना ਚਾਹੁੰਦੇ ਆ। ਤਿੰਨ ਮੁੰਡੇ ਮੈਨੂੰ ਮਲੇਸ਼ੀਆ 에ਅਰਪੋਰਟ ਤੇ ਟੱਕਰੇ ਜਦੋਂ ਮੈਂ ਵਾਪਸੀ ਕਰ ਰਿਹਾ ਸੀਗਾ। ਹਾਲਾਂਕਿ ਜਾਂਦੇ ਹੋਇਆਂ ਵੀ ਇੱਕ ਦੋ ਜਣਿਆਂ ਨੂੰ ਮੋੜਿਆ ਗਿਆ ਔਰ ਮਲੇਸ਼ੀਆ ਪਹੁੰਚ ਗਏ। ਉਹ ਜਿਵੇਂ ਤਿਵੇਂ ਕਰਕੇ ਇੱਥੋਂ ਵੱਖੋ ਵੱਖਰੇ ਗਏ ਸੀਗੇ, ਮਲੇਸ਼ੀਆ ਪਹੁੰਚ ਗਏ ਔਰ ਮਲੇਸ਼ੀਆ ਤੋਂ ਜਦੋਂ ਵਾਪਸੀ ਆਉਣਾ ਸੀ ਉਦੋਂ ਮੈਨੂੰ ਮਿਲੇ ਤਿੰਨ ਮੁੰਡੇ ਗੰਗਾ ਨਗਰ ਦੇ ਸੀ। ਤਿੰਨੇ ਜਣੇ ਇਕੱਠੇ ਹੋ ਗਏ ਕਿਉਂਕਿ ਤਿੰਨਾਂ ਨੂੰ ਖੜਾ ਲਿਆ ਔਰ ਮੌਕੇ ਤੇ ਤਿੰਨਾਂ ਦੇ ਵੀਜ਼ੇ ਵੀ ਸਸਪੈਂਡ ਕਰ ਦਿੱਤੇ, ਵੀਜ਼ੇ ਉਹਨਾਂ ਦੇ ਰਿਜੈਕਟ ਕਰ ਦਿੱਤੇ। 15 ਲੱਖ ਰੁਪਏ ਲਾ ਕੇ ਜਿਹੜਾ ਬੰਦਾ ਨਿਊਜ਼ੀਲੈਂਡ ਪਹੁੰਚਿਆ ਉਹ ਮਿਲਿਆ ਮੈਨੂੰ। ਉਹਨੇ ਸਾਰੀ ਕਹਾਣੀ ਦੱਸੀ, ਕਹਿੰਦਾ ਕਿ ਐਂ ਕਰਕੇ ਮੇਰੇ ਨਾਲ ਤਾਂ ਜੀ ਫਰਾਡ ਹੋ ਗਿਆ। 15 ਲੱਖ ਨੂੰ ਉਹਨੇ ਦਿੱਤੇ ਏਜੰਟ ਨੂੰ। ਏਜੰਟ ਕਹਿੰਦਾ ਕਿ 15 ਲੱਖ ਰੁਪਏ ਦੋਗੇ ਤੁਸੀਂ, ਤੁਹਾਨੂੰ ਨਿਊਜ਼ੀਲੈਂਡ ਪਹੁੰਚਾ ਦਾਂਗੇ, ਫਿਰ 7 ਲੱਖ ਹੋਰ ਦੇਣੇ ਪੈਣਗੇ। ਟੋਟਲ 22-23 ਲੱਖ ਰੁਪਏ ਦਾ ਖਰਚਾ ਉਹਨੇ ਦੱਸਿਆ। ਮੈਂ ਹੱਥ ਜੋੜ ਕੇ ਬੇਨਤੀ ਇਹ ਵੀ ਕਰਦਾ ਕਿ ਆ ਜਿਹੜੇ ਸਕੀਮਾਂ ਦਿੰਦੇ ਆ ਨਾ ਏਜੰਟ, ਇਹਨਾਂ ਤੋਂ ਜ਼ਰੂਰ ਬਚੋ ਕਿਉਂਕਿ ਇਹ ਰਗੜ ਕੇ ਰੱਖ ਦਿੰਦੇ। ਉਹ ਵਿਚਾਰੀ ਦੀ ਸਾਰੀ ਜ਼ਮੀਨ ਗਈ, ਜਿੰਨੀ ਕਿ ਜ਼ਮੀਨ ਸੀਗੀ ਉਹਦਾ ਗੁਜ਼ਾਰਾ ਚੱਲਦਾ ਸੀਗਾ ਔਰ ਉਹ ਹੁਣ ਉੱਥੇ ਫਸਿਆ ਬੈਠਾ ਨਿਊਜ਼ੀਲੈਂਡ ਰੋਈ ਜਾਂਦਾ। ਗੁਰੂ ਘਰ ਦੇ ਵਿੱਚ ਸ਼ਰਨ ਉਸ ਬੰਦੇ ਨੇ ਲਈ ਹੋਈ ਹੈ। ਹੁਣ ਫਿਰ ਉਹਦੇ ਕੋਲ ਰਾਹ ਕੀ ਬਚਦਾ? ਰਾਹ ਇਹ ਦੇਖੋ ਮਨਦੀਪ, ਉੱਥੇ ਸਖਤੀ ਬਹੁਤ ਹੈ। ਪੰਜਾਬੀਆਂ ਨਹੀਂ ਬਹੁਤ ਸਾਰੇ ਆਪਦੇ ਰਿਸ਼ਤੇਦਾਰਾਂ ਨਾਲ ਫਰਾਡ ਕਰ ਲਏ। ਇਹ ਕਹਾਣੀ ਹੈ, ਇਸ ਕਰਕੇ ਵੀ ਪੰਜਾਬੀ ਜਿਹੜੇ ਆ ਇੱਕ ਦੂਜੇ ਤੇ ਟਰਸਟ ਕਰਨ ਤੋਂ ਡਰਦੇ ਆ। ਮਾਹੌਲ ਦੇਖਿਆ ਪੰਜਾਬੀਆਂ 'ਚ ਵਿਚ ਰਹੇ ਹੋ ਮੁੰਡੇ ਕੁੜੀਆਂ ਨਾਲ ਤੁਸੀਂ ਗੱਲਾਂ ਬਾਤਾਂ ਕੀਤੀਆਂ ਤਾਂ ਸਟੂਡੈਂਟ ਲਾਈਫ ਖਾਸ ਤੌਰ ਤੇ ਮੈਂ ਪੁੱਛਣਾ ਚਾਹੂੰਗਾ ਕਿ ਨੌਜਵਾਨੀ, ਕਿਉਂਕਿ ਬਹੁਤ ਜਾਂਦੇ ਨੇ ਨੌਜਵਾਨ, ਪਰ ਉੱਧਰ ਜੋ ਜਾਂਦੇ ਨੇ ਤਾਂ ਬਾਅਦ ਦੇ ਵਿੱਚ ਕਈ ਆਪਣੇ ਮਾਪਿਆਂ ਨੂੰ ਦੱਸ ਵੀ ਦਿੰਦੇ ਹੋਣਗੇ, ਕਈ ਮਾਪਿਆਂ ਨੂੰ ਨਹੀਂ ਵੀ ਦੱਸਦੇ ਹੋਣਗੇ ਕਿਉਂਕਿ ਜੋ ਉੱਥੇ ਮੁਸ਼ਕਲਾਂ ਪੇਸ਼ ਹੁੰਦੀਆਂ ਉਹਨਾਂ ਨੂੰ। ਤਾਂ ਜਿਵੇਂ ਅਸੀਂ ਹੁਣ ਜ਼ਿਕਰ ਕੀਤਾ ਕਿ ਉਹ ਮੁੰਡਾ ਗੁਰਦੁਆਰੇ ਵਿੱਚ ਰਹਿ ਰਿਹਾ ਹੈਗਾ, ਉਹ ਰੋ ਰਿਹਾ ਹੈਗਾ, ਆਪਣਾ ਦਰਦ ਸੁਣਾ ਰਿਹਾ, ਤਾਂ ਅਜਿਹੇ ਬਹੁਤ ਸਾਰੇ ਹੋਰ ਵੀ ਹੋ ਸਕਦੇ ਆ। ਜਾਂ ਫਿਰ ਉੱਥੇ ਬਾਕੀ ਕਿਵੇਂ ਚੀਜ਼ਾਂ, ਜਿਵੇਂ ਆਪਾਂ ਮਿਨੀਮਮ ਵੇਜਸ ਦੀ ਗੱਲ ਕਰੀਏ, ਕੰਮਾਂ ਦੀ ਗੱਲ ਕਰੀਏ, ਟੂਰਿਸਟ ਵੀਜ਼ਾ ਲਵਾ ਕੇ, ਵਿਜ਼ਟਰ ਵੀਜ਼ਾ ਲਵਾ ਕੇ ਜਿਹੜੇ ਨਿਊਜ਼ੀਲੈਂਡ ਜਾ ਰਹੇ ਆ ਉੱਥੇ ਉਹ ਚਾਹੁੰਦੇ ਕਿ ਵਰਕ ਵੀਜ਼ਾ ਦੇ ਵਿੱਚ ਅਸੀਂ ਤਬਦੀਲ ਕਰ ਲਾਂਗੇ ਜੇ ਭਾਈ ਤੁਹਾਡਾ ਕੋਈ ਖਾਸ ਬੰਦਾ ਹੈਗਾ। ਅੱਜ ਕੱਲ੍ਹ ਵੱਡੇ ਪੱਧਰ ਦੇ ਉੱਤੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ, ਜਿੱਥੇ ਕੈਨੇਡਾ, ਆਸਟ੍ਰੇਲੀਆ ਔਰ ਹੋਰ तमाम ਦੇਸ਼ਾਂ ਦੇ ਵੱਲ ਜਾ ਰਹੇ। ਉੱਥੇ ਨਿਊਜ਼ੀਲੈਂਡ ਵੀ ਖਾਸ ਤੌਰ ਤੇ ਪੰਜਾਬੀਆਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਪ੍ਰਵਾਸ ਕੀਤਾ ਗਿਆ। ਤਾਂ ਨਿਊਜ਼ੀਲੈਂਡ ਜਾਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਨੂੰ ਅਜਿਹੀਆਂ ਦਿੱਕਤਾਂ ਆ ਰਹੀਆਂ ਨੇ, ਤੁਸੀਂ ਸੁਣੋਗੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਆਖਰਕਾਰ ਇਹ ਹੋ ਕੀ ਰਿਹਾ ਹੈਗਾ। ਕਿਉਂਕਿ ਇੱਧਰ ਮਾਂ-ਬਾਪ ਲੱਖਾਂ ਰੁਪਇਆ ਇਕੱਠਾ ਕਰਦੇ ਆ, ਕੋਈ ਆਪਦੇ ਗਹਿਣੇ ਗੱਟੇ ਵੇਚਦਾ, ਕੋਈ ਆਪਦੀਆਂ ਜ਼ਮੀਨਾਂ ਵੇਚਦਾ, ਮਸਾਂ ਪਾਈ ਜੋੜ ਕੇ ਆਪਦੇ ਧੀ ਪੁੱਤ ਨੂੰ ਬਾਹਰ ਭੇਜਦਾ, ਤੇ ਜਦੋਂ ਫਿਰ ਉਹਨਾਂ ਨੂੰ ਵਾਪਸ ਬਰੰਗ ਮੁੜਨਾ ਪੈਂਦਾ ਉਦੋਂ ਬਹੁਤ ਔਖਾ ਹੁੰਦਾ। ਤਾਂ ਪੂਰੀ ਗੱਲਬਾਤ ਦੇ ਲਈ ਮੇਰੇ ਨਾਲ ਵਿਕਰਮ ਮੌਜੂਦ ਨੇ, ਗੱਲਬਾਤ ਕਰਾਂਗੇ। ਪਿਛਲੇ ਦਿਨਾਂ ਦੇ ਵਿੱਚ ਉਹ ਨਿਊਜ਼ੀਲੈਂਡ ਜਾ ਕੇ ਆਏ ਨੇ ਤੇ ਉੱਥੇ ਕੱਲੀ ਗੱਲ ਜਿਹੜੀ ਉਹਨਾਂ ਨੇ ਗਰਾਊਂਡ ਰਿਐਲਿਟੀ ਉੱਥੇ ਦੇਖੀ ਆ, ਉੱਥੇ ਲੋਕਾਂ ਦੇ ਦੁੱਖ ਵੀ ਸੁਣਿਆ ਤੇ ਨੌਜਵਾਨਾਂ ਦੇ ਨਾਲ ਗੱਲਾਂ ਬਾਤਾਂ ਵੀ ਕੀਤੀਆਂ। ਵਿਕਰਮ, ਨਿਊਜ਼ੀਲੈਂਡ ਦੀ ਜੇ ਗੱਲ ਕਰਦੇ ਆਪਾਂ, ਨਿਊਜ਼ੀਲੈਂਡ ਧੜਾਧੜ ਵੀਜ਼ੇ ਦੇਈ ਜਾਂਦੇ ਆ, ਕਹਿੰਦੇ ਲੋਕ ਜਾ ਰਹੇ ਨੇ ਪਰ ਇੱਥੋਂ ਚੱਲ ਜਾਂਦੇ ਨੇ, 에ਅਰਪੋਰਟ ਤੋਂ ਹੀ ਵਾਪਸ ਮੋੜ ਦਿੰਦੇ ਨੇ। ਇਹ ਕੀ ਚੱਕਰ ਹੈ? ਦੇਖੋ ਬਹੁਤ ਸਾਰੇ ਲੋਕ ਆ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਕਿ ਨਿਊਜ਼ੀਲੈਂਡ ਜਾਣ ਵਾਲਿਆਂ ਨੂੰ 에ਅਰਪੋਰਟ ਤੋਂ ਵਾਪਸ ਕਿਉਂ ਮੋੜਿਆ ਜਾ ਰਿਹਾ। ਕਿਉਂਕਿ ਉਹਨਾਂ ਲੋਕਾਂ ਦੇ ਵਿੱਚ ਮੈਂ ਵੀ ਲਾਈਨ ਦੇ ਵਿੱਚ ਲੱਗਿਆ ਸੀ ਜਦੋਂ ਵੀਜ਼ਾ ਆਇਆ। ਮੈਂ ਜਾਣਾ ਸੀ ਨਿਊਜ਼ੀਲੈਂਡ ਨੂੰ ਔਰ ਜਦੋਂ ਚੈੱਕ ਇਨ ਕਰਦੇ ਹਾਂ ਜਦੋਂ ਅਸੀਂ ਬੈਗ ਜਮ੍ਹਾਂ ਕਰਵਾਉਣੇ, ਸਿੱਧੀ ਜੀ ਪੰਜਾਬੀ ਭਾਸ਼ਾ 'ਚ ਮੈਂ ਸਮਝਾਵਾਂ ਤਾਂ ਉੱਥੇ 에ਅਰਲਾਈਨ ਵਾਲੇ ਹੀ ਵਾਪਸ ਮੋੜ ਦਿੰਦੇ ਆ। ਕਿਉਂਕਿ ਜੇ ਕਿਸੇ ਨੇ ਸਿੰਗਾਪੁਰ 에ਅਰਲਾਈਨ ਜਾਂ ਕਿਸੇ ਦੀ ਮਲੇਸ਼ੀਆ 에ਅਰਲਾਈਨ, ਕਿਉਂਕਿ ਮੈਂ ਮਲੇਸ਼ੀਆ 에ਅਰਲਾਈਨ ਦੇ ਥਰੂ ਗਿਆ ਤਾਂ ਮਲੇਸ਼ੀਆ 에ਅਰਲਾਈਨ ਵਾਲੇ ਵੀ ਬਹੁਤ ਸਾਰੀਆਂ ਚੀਜ਼ਾਂ ਚੈੱਕ ਕਰਦੇ ਆ, ਚੱਕੀ ਦੇ ਕੋਲੇ ਜਾਣਾ, ਕਿਵੇਂ ਜਾਣਾ, ਪੂਰੀ ਵੈਰੀਫਿਕੇਸ਼ਨ ਹੁੰਦੀ ਆ। ਔਰ ਉਸ ਤੋਂ ਬਾਅਦ ਫਿਰ ਬਕਾਇਦਾ ਤੌਰ ਤੇ ਇਮੀਗ੍ਰੇਸ਼ਨ ਦੇ ਨਾਲ ਜੋ ਨਿਊਜ਼ੀਲੈਂਡ ਇਮੀਗ੍ਰੇਸ਼ਨ ਆ ਉਹਨਾਂ ਤੋਂ ਵੈਰੀਫਾਈ ਕਰਦੇ ਆ। ਜੇ ਉਹਨਾਂ ਤੋਂ ਵੈਰੀਫਿਕੇਸ਼ਨ ਹੋ ਜਾਂਦੀ ਆ ਫਿਰ ਉਸ ਤੋਂ ਬਾਅਦ ਜਾ ਲੈਣ ਦਿੰਦੇ ਆ। ਬਹੁਤ ਸਾਰੇ ਲੋਕਾਂ ਨੂੰ 에ਅਰਪੋਰਟ ਤੋਂ ਹੀ ਵਾਪਸ ਮੋੜ ਦਿੱਤਾ ਜਾ ਰਿਹਾ ਜਿਹੜੇ ਨਿਊਜ਼ੀਲੈਂਡ ਜਾਣ ਦੇ ਚਾਹਵਾਨ ਆ ਟੂਰਿਸਟ ਵੀਜ਼ਾ ਤੇ, ਖਾਸ ਤੌਰ ਤੇ ਜਿਹੜੇ ਵਿਜ਼ਟਰ ਵੀਜ਼ਾ ਤੇ ਜਾਣਾ ਚਾਹੁੰਦੇ ਆ। ਕਿਉਂਕਿ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਲੱਗਦਾ, ਕਿਉਂਕਿ ਸਿੱਧੇ ਤੌਰ ਤੇ ਜਿਹੜੇ ਲੋਕਾਂ ਦਾ ਉਹਨਾਂ ਨੂੰ ਲੱਗਦਾ ਕਿ ਸ਼ੱਕੀ ਆ ਜਾਂ ਇਹਨਾਂ ਨੇ ਜਾ ਕੇ ਵਾਪਸ ਨਹੀਂ ਮੁੜਨਾ, ਜਾਂ ਜਿਨ੍ਹਾਂ ਨੇ ਟਿਕਟ ਵਾਪਸੀ ਦੀ ਨਹੀਂ ਕਰਵਾਈ ਹੁੰਦੀ, ਕਿਸੇ ਨੇ ਡੰਮੀ ਟਿਕਟ ਲਾਈ ਹੁੰਦੀ ਆ ਖਾਸ ਤੌਰ ਤੇ, ਔਰ ਜਿਨ੍ਹਾਂ ਨੇ ਇਹੋ ਜਿਹੇ ਲੋਕ ਵੀ ਮੋੜੇ ਗਏ ਆ। ਕਿਸੇ ਨੂੰ ਸਿੰਗਾਪੁਰ ਤੋਂ ਮੋੜਤਾ। ਮੈਂ ਮਲੇਸ਼ੀਆ ਤੋਂ ਤਿੰਨ ਮੁੰਡੇ ਜਿਹੜੇ ਵਾਪਸ ਆਏ ਆ, ਨਿਊਜ਼ੀਲੈਂਡ ਜਾ ਰਹੇ ਸੀ। ਕਿਸੇ ਨੇ ਤਾਂ 5 ਲੱਖ ਰੁਪਏ ਲਾਏ, ਕਿਸੇ ਨੇ ਡਾਕੂਮੈਂਟ ਸੈਟਲਮੈਂਟ ਕਰਨ ਵਾਸਤੇ ਜੋ ਪੈਸੇ ਲਾਏ, ਕਿਸੇ ਨੇ ਇੱਕ ਮੁੰਡੇ ਦਾ ਉਹ ਕਹਿੰਦਾ ਕਿ ਮੈਂ ਤੇ ਜੈਨੂਨ ਜੀ ਇਮੀਗ੍ਰੇਸ਼ਨ ਫੀਸ ਭਰੀ ਆ ਤੇ ਕੋਈ 10,000 ਰੁਪਏ ਅਪਲਾਈ ਕਰਾਉਣ ਦਾ। ਹਾਲਾਂਕਿ ਅਪਲਾਈ ਕਰਨ ਦਾ ਕੋਈ ਚਾਰਜ ਨਹੀਂ ਲੱਗਦਾ, ਉਹ ਬਹੁਤ ਤੁਸੀਂ ਆਪ ਵੀ ਅਪਲਾਈ ਕਰ ਸਕਦੇ ਹੋ ਨਿਊਜ਼ੀਲੈਂਡ ਦਾ ਵੀਜ਼ਾ ਜਾਂ ਕਿਸੇ ਵੀ ਕੰਟਰੀ ਦਾ ਵਿਜ਼ਟਰ ਵੀਜ਼ਾ। ਪਰ ਉਹ ਕਹਿੰਦਾ ਕਿ ਮੇਰਾ 35-40 ਹਜ਼ਾਰ ਰੁਪਏ ਦੇ ਵਿੱਚ ਲੱਗਿਆ ਟੋਟਲ। ਔਰ ਉਸ ਤੋਂ ਬਾਅਦ ਫਿਰ ਟਿਕਟ ਦਾ ਵੱਖਰਾ, ਕਿਉਂਕਿ ਲੱਖ ਰੁਪਏ ਦੀ ਵਾਪਸੀ ਆਉਣ ਜਾਣ ਦੀ ਟਿਕਟ ਜਿਹੜੀ ਆ ਉਹ ਨਿਊਜ਼ੀਲੈਂਡ ਦੀ ਮਿਲ ਜਾਂਦੀ ਆ, ਲੰਪਸਮ ਲੱਖ ਰੁਪਏ ਦੀ। ਤਾਂ ਤਿੰਨ ਮੁੰਡੇ ਮੈਨੂੰ ਮਲੇਸ਼ੀਆ 에ਅਰਪੋਰਟ ਤੇ ਟੱਕਰੇ ਜਦੋਂ ਮੈਂ ਵਾਪਸੀ ਕਰ ਰਿਹਾ ਸੀਗਾ। ਹਾਲਾਂਕਿ ਜਾਂਦੇ ਹੋਇਆਂ ਵੀ ਇੱਕ ਦੋ ਜਣਿਆਂ ਨੂੰ ਮੋੜਿਆ ਗਿਆ ਔਰ ਮਲੇਸ਼ੀਆ ਪਹੁੰਚ ਗਏ। ਉਹ ਜਿਵੇਂ ਤਿਵੇਂ ਕਰਕੇ ਇੱਥੋਂ ਵੱਖੋ ਵੱਖਰੇ ਗਏ ਸੀਗੇ, ਮਲੇਸ਼ੀਆ ਪਹੁੰਚ ਗਏ ਔਰ
ਮਲੇਸ਼ੀਆ ਤੋਂ ਜਦੋਂ ਵਾਪਸੀ ਆਉਣਾ ਸੀ ਉਦੋਂ ਮੈਨੂੰ ਮਿਲੇ 3 ਮੁੰਡੇ ਗੰਗਾ ਨਗਰ ਦੇ ਸੀ। ਗੰਗਾ ਨਗਰ ਦੇ ਕੋਈ ਘੜਸਾਣੇ ਵਾਲ ਦਾ ਸੀ, 1-2 ਮੁੰਡੇ ਰਾਜ ਸਿੰਘ ਨਗਰ ਦੇ ਸੀਗੇ ਔਰ ਵਿਜੇ ਨਗਰ ਵਾਲੇ ਪਾਸੇ ਦੇ 3 ਯਾਨੀ ਟੋਟਲ 3 ਮੁੰਡੇ ਸੀ, ਉਹ ਗੰਗਾ ਨਗਰ ਵਾਲੇ ਬੰਨੇ ਦੇ ਸੀ। ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਕਿ ਭਾਜੀ ਅਸੀਂ ਤਾਂ ਵਾਪਸ ਜਾ ਰਹੇ ਹਾਂ। ਅੱਛਾ, ਜਾਣਾ ਨਿਊਜ਼ੀਲੈਂਡ ਸੀ ਤੇ ਮਲੇਸ਼ੀਆ ਤੋਂ ਵਾਪਸ ਆ ਰਹੇ ਸੀ। ਹਾਂ, ਮਲੇਸ਼ੀਆ ਸਟੇ ਸੀਗਾ ਕਿਉਂਕਿ ਮਲੇਸ਼ੀਆ 에ਅਰਲਾਈਨ ਸੀ, ਮਲੇਸ਼ੀਆ ਸਟੇ ਸੀਗਾ ਉਹਨਾਂ ਦਾ। ਔਰ ਉੱਥੇ ਜਦੋਂ ਫਿਰ ਉਹਨਾਂ ਨੇ ਅੱਗੇ ਜਾਣਾ ਸੀ, ਉਹਨਾਂ ਨੇ ਚੈੱਕ ਇਨ ਹੋਣਾ ਸੀਗਾ ਉਹਨਾਂ ਦਾ ਔਰ ਉੱਥੋਂ ਫਿਰ ਇਮੀਗ੍ਰੇਸ਼ਨ ਨੇ ਉਹਨਾਂ ਨੂੰ ਵਾਪਸ ਮੋੜ ਦਿੱਤਾ। ਔਰ ਹੋਈ ਕਹਾਣੀ ਕੀ ਆ ਉਹਨਾਂ ਨਾਲ, ਉਹ ਕਹਿੰਦੇ ਕਿ ਜੀ ਤੁਸੀਂ ਵਾਪਸ ਨਹੀਂ ਆਉਣਾ, ਤੁਸੀਂ ਸ਼ੱਕੀ ਲੱਗਦੇ ਹੋ ਕਿਉਂਕਿ ਡਾਕੂਮੈਂਟ ਦੇਖਦੇ ਉਹ, ਜਦੋਂ ਆਧਾਰ ਦੇਖਦੇ ਆ, ਤੁਸੀਂ ਨਾਲੇ ਸਵਾਲ ਜਵਾਬ ਕਰਦੇ ਆ ਜਦੋਂ, ਖਾਸ ਤੌਰ ਤੇ ਤੁਸੀਂ ਕੌਨਫੀਡੈਂਸ ਦੇ ਨਾਲ ਜਵਾਬ ਨਹੀਂ ਦੇ ਪਾਉਂਦੇ ਤਾਂ ਤੁਹਾਨੂੰ ਵਾਪਸ ਭੇਜ ਦਿੰਦੇ ਆ ਕਿਉਂਕਿ ਉਹਨਾਂ ਨੂੰ ਅਧਿਕਾਰ ਇੰਨੇ ਦਿੱਤੇ ਹੋਏ ਆ ਕਿ ਜਿਹੜਾ ਤੁਹਾਨੂੰ ਬੰਦਾ ਸ਼ੱਕੀ ਲੱਗੇ ਜਾਂ ਜਿਹੜਾ ਤੁਹਾਨੂੰ ਲੱਗੇ ਕਿ ਵਾਪਸ ਨਹੀਂ ਮੁੜੂਗਾ ਨਿਊਜ਼ੀਲੈਂਡ ਤੋਂ ਔਰ ਤੁਸੀਂ ਉਹਨੂੰ ਵੀਜ਼ਾ ਹੀ ਨਾ, ਤੁਸੀਂ ਉਹਨੂੰ ਵੀਜ਼ਾ ਪੂਰੇ ਦਾ ਪੂਰਾ ਵਿਕਰਮ ਏਜੰਟਾਂ ਦੀ ਫਰਾਡ ਹੈ। ਨਹੀਂ, ਏਜੰਟਾਂ ਦਾ ਫਰਾਡ ਤਾਂ ਇੰਨਾ ਕਹਿ ਕੇ ਏਜੰਟ ਤਾਂ ਵੱਧ ਪੈਸੇ ਲਾ ਕੇ ਤੁਹਾਨੂੰ ਸੈਟਲਮੈਂਟ ਕਰਕੇ ਜੁਗਾੜ ਕਰਕੇ ਵੀਜ਼ਾ ਲੈ ਦਿੰਦੇ ਆ। ਉਹ ਕਹਿੰਦੇ ਸਾਡਾ ਕੰਮ ਵੀਜ਼ਾ ਲੈ ਕੇ ਦੇਣ ਦਾ ਸੀਗਾ, ਅੱਗੇ ਤਾਂ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਇੱਕ ਮੁੰਡਾ ਕਹਿੰਦਾ ਕਿ ਮੈਨੂੰ ਕਹਿੰਦਾ ਉੱਥੋਂ ਕਲੀਅਰ ਕਰ ਦਿੱਤਾ, ਮੈਨੂੰ ਕਹਿੰਦੇ ਕਿ ਠੀਕ ਹੈ ਤੁਸੀਂ ਚਲੇ ਜਾਓ। ਔਰ ਇੰਡੀਆ ਤੋਂ ਵੀ ਕਹਿੰਦੇ ਸਾਨੂੰ ਜਿਵੇਂ ਅੱਡ-ਅੱਡ ਥਾਵਾਂ ਤੋਂ ਚੜੇ। ਇੱਕ ਮੁੰਡਾ ਬੰਬੇ ਤੋਂ ਜਾ ਕੇ ਚੜਿਆ ਸੀ, ਬੰਬੇ ਤੋਂ ਮਲੇਸ਼ੀਆ ਪਹੁੰਚਿਆ ਔਰ ਉੱਥੇ ਫਿਰ 3 ਜਣੇ ਇਕੱਠੇ ਹੋ ਗਏ ਕਿਉਂਕਿ 3 ਨੂੰ ਖੜਾ ਲਿਆ ਔਰ ਮੌਕੇ ਤੇ 3 ਦੇ ਵੀਜ਼ੇ ਵੀ ਸਸਪੈਂਡ ਕਰ ਦਿੱਤੇ, ਵੀਜ਼ੇ ਉਹਨਾਂ ਦੇ ਰਿਜੈਕਟ ਕਰ ਦਿੱਤੇ ਸੀ। ਉਹ ਕਹਿੰਦੇ ਕਿ ਸਾਨੂੰ ਮੇਲ ਵੀ ਆ ਗਿਆ 3 ਜਣਿਆਂ ਨੂੰ, ਕਿਉਂਕਿ ਇੱਕ ਮੁੰਡੇ ਨੇ ਉਹਨਾਂ ਚੋਂ ਬਹਿਸ ਕਰ ਲਈ ਸੀ ਵੀ ਤੁਸੀਂ, ਤੁਹਾਡੇ ਕੋਲੇ ਕੀ ਹੱਕ ਹੈ ਸਾਡਾ ਵੀਜ਼ਾ ਰਿਜੈਕਟ ਕਰਨ ਦਾ। ਤਾਂ 에ਅਰਲਾਈਨ ਨੂੰ ਪ੍ਰੋਪਰ ਤਰੀਕੇ ਦੇ ਨਾਲ ਰਾਈਟ ਬਕਾਇਦਾ ਤੌਰ ਤੇ ਹੈਗੇ ਕਿ ਜਿਹੜਾ ਤੁਹਾਨੂੰ ਬੰਦਾ ਸਸਪੈਕਟ ਲੱਗਦਾ, ਸ਼ੱਕੀ ਲੱਗਦਾ, ਉਹਦੇ ਕਾਗਜ਼ਾਤ ਪੂਰੇ ਨਹੀਂ ਲੱਗਦੇ, ਤੁਹਾਨੂੰ ਸਹੀ ਡੀਲ ਨਹੀਂ ਕਰ ਰਿਹਾ ਤੁਹਾਡੇ ਨਾਲ, ਉਹ ਤੁਸੀਂ ਉਹਦਾ ਵੀਜ਼ਾ ਜਿਹੜਾ 15 ਲੱਖ 20 ਲੱਖ ਲੱਗਿਆ ਉਹ ਡੁੱਬ ਜਾਂਦਾ ਉੱਥੇ। ਜਿਹੜੇ 5-5 ਲੱਖ ਲਾ ਕੇ, ਕੋਈ 5 ਲੱਖ, ਕੋਈ 3 ਲੱਖ ਲਾ ਕੇ, ਕੋਈ ਇੰਨੇ ਪੈਸੇ ਲਾ ਕੇ ਗਿਆ ਸੀ। 15 ਲੱਖ ਵਾਲਾ ਕੇਸ ਵੀ ਮੈਂ ਜ਼ਰੂਰ ਤੁਹਾਨੂੰ ਦੱਸਦਾ। 15 ਲੱਖ ਰੁਪਏ ਲਾ ਕੇ ਮਨਦੀਪ ਇੱਕ ਮੁੰਡਾ ਮੈਨੂੰ ਮਿਲਿਆ ਨਿਊਜ਼ੀਲੈਂਡ, ਹਾਲਾਂਕਿ ਉਹਨੇ ਆਪਦੀ ਪਛਾਣ ਗੁਪਤ ਰੱਖਣ ਦੇ ਤੌਰ ਤੇ ਦੱਸਿਆ। ਮੈਂ ਉਹਦਾ ਇੰਟਰਵਿਊ ਬਕਾਇਦਾ ਤੌਰ ਤੇ ਕੀਤਾ, ਉਸੇ ਪ੍ਰੋ ਪੰਜਾਬ ਟੀਵੀ ਤੇ ਦਿਖਾਇਆ ਵੀ ਹੈ। 15 ਲੱਖ ਰੁਪਏ ਲਾ ਕੇ ਜਿਹੜਾ ਬੰਦਾ ਨਿਊਜ਼ੀਲੈਂਡ ਪਹੁੰਚਿਆ ਉਹ ਮਿਲਿਆ ਮੈਨੂੰ, ਉਹਨੇ ਸਾਰੀ ਕਹਾਣੀ ਦੱਸੀ। ਕਹਿੰਦਾ ਕਿ ਐਂ ਕਰਕੇ ਮੇਰੇ ਨਾਲ ਤਾਂ ਜੀ ਫਰਾਡ ਹੋ ਗਿਆ। 15 ਲੱਖ ਨੂੰ ਉਹਨੇ ਦਿੱਤੇ ਏਜੰਟ ਨੂੰ। ਏਜੰਟ ਕਹਿੰਦਾ ਕਿ 15 ਲੱਖ ਰੁਪਏ ਦੋਗੇ ਤੁਸੀਂ, ਤੁਹਾਨੂੰ ਨਿਊਜ਼ੀਲੈਂਡ ਪਹੁੰਚਾ ਦਾਂਗੇ, ਫਿਰ 7 ਲੱਖ ਹੋਰ ਦੇਣੇ ਪੈਣਗੇ। ਟੋਟਲ 22-23 ਲੱਖ ਰੁਪਏ ਦਾ ਖਰਚਾ ਉਹਨੇ ਦੱਸਿਆ ਵੀ 22 ਲੱਖ ਰੁਪਏ ਯਾਨੀ ਕਿ 15 ਲੱਖ ਉੱਥੇ ਪਹੁੰਚਾਉਣ ਦੇ, 7 ਲੱਖ ਰੁਪਏ ਵੀਜ਼ਾ ਜਿਹੜਾ ਸੀ ਉਹ ਵਰਕ ਪਰਮਿਟ ਚ, ਯਾਨੀ ਕਿ ਵੀਜ਼ਾ ਜਿਹੜਾ ਸੀ ਉਹਨੂੰ ਕਨਵਰਟ ਕਰਨ ਦੇ। ਕਹਿੰਦਾ ਮੈਂ ਪੈਸੇ ਲੈਣੇ ਔਰ ਉਹ ਕਰਵਾ ਦੂੰਗਾ। ਫਿਰ ਜਦੋਂ 15 ਲੱਖ ਦੇਤਾ ਉਹਨੇ, ਵੀਜ਼ਾ ਤਾਂ ਆ ਹੀ ਜਾਣਾ ਸੀਗਾ, ਉਹਨੇ ਆਪਦੇ ਡਾਕੂਮੈਂਟ ਵਗੈਰਾ ਸ਼ੋਅ ਕਰਤੇ, ਉਮਰ ਵੀ ਵਾਹਵਾ ਸੀ ਉਹਦੀ, ਉਹਨੂੰ ਚਲੋ ਲੰਘਾ ਦਿੱਤਾ। ਉੱਥੇ ਪਹੁੰਚ ਗਿਆ ਉਹ ਬੰਦਾ ਪਿੱਟ ਕੇ ਰੋ ਰਿਹਾ ਆਪਣੇ ਆਪ ਨੂੰ। ਜ਼ਮੀਨ ਜਿੰਨੀ ਸੀ ਪਤਾ ਨਹੀਂ ਕਿੰਨੇ ਕਨਾਲ ਵਿਚਾਰੇ ਕੋਲੇ, ਕਿੱਲਾ ਕੁ ਜ਼ਮੀਨ ਸੀ, ਉਹ ਵੇਚ ਕੇ ਵਿਚਾਰੇ ਨੇ ਪੈਸਿਆਂ ਦਾ ਜੁਗਾੜ ਕੀਤਾ ਸੀ। ਜਦੋਂ ਵੀਜ਼ਾ ਆ ਗਿਆ, ਏਜੰਟ ਕਹਿੰਦਾ ਵੀ ਵੀਜ਼ਾ ਮਿੱਤਰ ਆ ਗਿਆ ਪਰ ਉਹ ਤੇਰੀ ਸਕੀਮ ਖਤਮ ਹੋ ਗਈ ਆ। ਖਾਸ ਤੌਰ ਤੇ ਮੈਂ ਹੱਥ ਜੋੜ ਕੇ ਬੇਨਤੀ ਇਹ ਵੀ ਕਰਦਾ ਕਿ ਆ ਜਿਹੜੇ ਸਕੀਮਾਂ ਦਿੰਦੇ ਆ ਨਾ ਏਜੰਟ, ਇਹਨਾਂ ਤੋਂ ਜ਼ਰੂਰ ਬਚੋ ਕਿਉਂਕਿ ਇਹ ਰਗੜ ਕੇ ਰੱਖ ਦਿੰਦੇ। ਉਹ ਵਿਚਾਰੀ ਦੀ ਸਾਰੀ ਜ਼ਮੀਨ ਗਈ, ਜਿੰਨੀ ਕੁ ਜ਼ਮੀਨ ਸੀਗੀ ਉਹਦਾ ਗੁਜ਼ਾਰਾ ਚੱਲਦਾ ਸੀਗਾ ਔਰ ਉਹ ਹੁਣ ਉੱਥੇ ਫਸਿਆ ਬੈਠਾ ਨਿਊਜ਼ੀਲੈਂਡ, ਰੋਈ ਜਾਂਦਾ। ਗੁਰੂ ਘਰ ਦੇ ਵਿੱਚ ਸ਼ਰਨ ਉਸ ਬੰਦੇ ਨੇ ਲਈ ਹੋਈ ਹੈ। ਚੱਲਦੇ ਇੰਟਰਵਿਊ 'ਚ ਹੀ ਰੋਣ ਲੱਗ ਗਿਆ ਸੀ ਵਿਚਾਰਾ ਬੁਰੇ ਤਰੀਕੇ ਨਾਲ। ਕਹਿੰਦਾ ਜੇ ਹੁਣ ਨਾ ਮੈਂ ਇੱਧਰ ਜਾਣ ਜੋਗਾ ਨਾ ਉੱਧਰ ਜਾਣ ਜੋਗਾ, ਹੁਣ ਫਿਰ ਉਹਦੇ ਕੋਲ ਰਾਹ ਕੀ ਬਚਦਾ? ਰਾਹ ਇਹ ਦੇਖੋ ਮਨਦੀਪ, ਉੱਥੇ ਸਖਤੀ ਬਹੁਤ ਹੈ ਕਿਉਂਕਿ ਜੇ ਤੁਸੀਂ ਕੰਮ ਕਰਦੇ ਫੜੇ ਜਾਂਦੇ ਹੋ, ਰਿਪੋਰਟ ਕਰਨਾ ਉਹਨਾਂ ਨੇ ਤੁਹਾਨੂੰ, ਤੁਸੀਂ 15 ਲੱਖ ਰੁਪਏ ਲਾ ਕੇ ਗਏ ਹੋ, ਵਾਪਸ ਤੁਸੀਂ ਮੁੜਨਾ ਨਹੀਂ ਚਾਹੁੰਦੇ ਕਿਉਂਕਿ ਬਹੁਤ ਸਾਰੇ ਲੋਕ ਹੁੰਦੇ ਕਿ ਜੀ ਜਾ ਕੇ ਕਨਵਰਟ ਕਰ ਲਾਂਗੇ। ਉੱਥੇ ਰਿਸ਼ਤੇਦਾਰ ਵੀ ਭਰੋਸਾ ਕਰਨੋਂ ਹਟ ਗਏ ਕਿਉਂਕਿ ਸਾਡੇ ਪੰਜਾਬੀ ਜਿਹੜੇ ਗਏ ਆ, ਕਹਿਣਾ ਨਹੀਂ ਚਾਹੁੰਦਾ ਸੀ ਮੈਂ ਪਰ ਮੈਂ ਜ਼ਰੂਰ ਕਹਿਣਾ ਚਾਹੁੰਦਾ ਹੁਣ ਇਸ ਵੇਲੇ, ਕਿਉਂਕਿ ਪੰਜਾਬੀਆਂ ਨੇ ਬਹੁਤ ਸਾਰੇ ਆਪਦੇ ਰਿਸ਼ਤੇਦਾਰਾਂ ਨਾਲ ਫਰਾਡ ਕਰ ਲਏ। ਅੱਛਾ, ਆਪਣੇ ਪਰਿਵਾਰ ਦੇ ਵਿੱਚ ਹੀ ਫਰਾਡ ਕਰੀ ਜਾਂਦੇ ਆ ਪੰਜਾਬੀ। ਆਪਣੇ ਬੰਦੇ ਜਦੋਂ ਜਾਣਾ ਹੁੰਦਾ, ਮੈਂ ਜ਼ਿਆਦਾ ਪੰਜਾਬੀਆਂ 'ਚ ਵਿਚਰਿਆ, ਹੋ ਸਕਦਾ ਹਰੇਕ ਕਮਿਊਨਿਟੀ ਦਾ ਇਹ ਦਰਦ ਹੋਵੇ, ਪਰ ਜ਼ਿਆਦਾਤਰ ਜਿਹੜੇ ਆਪਣੇ ਬੰਦੇ ਆ ਇੱਥੋਂ ਜਾਣ ਵੇਲੇ ਤਾਂ ਬਹੁਤ ਮਿੱਠੇ ਹੁੰਦੇ ਆ ਕਿ ਜੀ ਸਾਨੂੰ ਸੱਦ ਲਓ। ਉਹ ਜਦੋਂ ਉੱਥੇ ਸੱਦ ਲੈਂਦੇ ਰਿਸ਼ਤੇਦਾਰ, ਔਰ ਇੱਕ ਬੰਦੇ ਨੇ ਕਹਾਣੀ ਦੱਸੀ 2 ਸਾਲਾਂ 'ਚ ਬੰਦਾ PR ਹੋ ਗਿਆ, ਪਤੀ ਪਤਨੀ ਸੀ। 2 ਸਾਲਾਂ ਦੇ ਵਿੱਚ ਉਹ ਬੰਦੇ ਨੇ ਕਾਗਜ਼ ਦਿੱਤੇ। ਜਦੋਂ ਪਿੱਛੇ ਜੇ ਕੈਨੇਡਾ ਨੇ ਨਿਊਜ਼ੀਲੈਂਡ ਨੇ PR ਕੀਤੇ ਬਹੁਤ ਸਾਰੇ ਬੰਦੇ, ਉਹਨਾਂ ਦਾ ਵੀ ਕੇਸ ਸੀਗਾ ਉਹ 'ਚ ਲੱਗਿਆ ਹੋਇਆ। ਉਸ ਬੰਦੇ ਨੇ ਆਪਦੇ ਨਾਲ ਕੰਮ ਦਿੱਤਾ ਉਹਨਾਂ ਨੂੰ ਬਕਾਇਦਾ ਤੌਰ ਤੇ, ਉਹਨਾਂ ਦੀ ਪੂਰੀ ਹੈਲਪ ਕੀਤੀ। ਉਹਨੇ ਕੱਲਾ ਡਾਕੂਮੈਂਟ ਨਾਲ ਲਵਾ ਕੇ ਉਹਨਾਂ ਦੀ ਜਮਾ ਕਰਵਾਤੇ, PR ਹੋ ਗਏ ਉਹ। ਜਦੋਂ PR ਹੋਏ ਆਪਣੇ ਪੰਜਾਬੀ ਨਾਲ ਹੀ ਛੱਡਤਾ, ਕਹਿੰਦੇ ਜੀ ਆ ਜੋੜੇ ਤੁਹਾਡੇ ਅੱਗੇ ਹੱਥ, ਅਸੀਂ ਤਾਂ ਨਹੀਂ ਤੁਹਾਡੇ ਨਾਲ ਕੰਮ ਕਰ ਸਕਦੇ। ਉਹ ਬੰਦੇ ਨੇ ਸਾਰਾ ਵਾਹ ਵਾਸਤਾ ਲਾਤਾ ਸੀਗਾ ਵੀ ਚਲੋ ਮੇਰੇ ਨਾਲ ਕੰਮ ਕਰ ਰਿਹਾ, ਭਰੋਸੇਯੋਗ ਬੰਦੇ ਆ, ਪੰਜਾਬੀ ਬੰਦੇ ਆਪਣੇ ਪੰਜਾਬ। ਜਿਹਨੇ ਬੁਲਾਇਆ ਉਹਨੂੰ ਛੱਡਤਾ, ਜਿਹਨੇ ਬੁਲਾਇਆ ਉਹਨੂੰ ਹਫ਼ਤੇ ਕੁ ਬਾਅਦ ਹੀ ਛੱਡ ਕੇ ਚਲੇ ਗਏ, ਸਤਿ ਸ੍ਰੀ ਅਕਾਲ ਕਰਕੇ। ਕਹਿੰਦੇ ਕਿ ਭਾਜੀ ਅਸੀਂ ਤਾਂ ਪਲਾਨ ਕਰ ਰਹੇ ਹਾਂ ਕੁਛ ਹੋਰ, ਹੁਣ ਅਸੀਂ ਤੁਹਾਡੇ ਨਾਲ ਕੰਮ ਨਹੀਂ ਕਰ ਸਕਦੇ। ਔਰ ਉਹ ਦੇਖੋ ਉਹਨਾਂ ਦੇ ਭਰੋਸੇ ਤੋਂ ਇੰਡੀਆ ਆਏ ਹੋਏ ਸੀਗੇ, ਪਿੱਛੋਂ ਉਹਨਾਂ ਨੇ ਜਾ ਕੇ ਕੰਮ ਕਾਜ ਨਹੀਂ ਸਾਂਭਿਆ, ਸਟੋਰ ਨਹੀਂ ਖੋਲਿਆ ਜਾ ਕੇ ਇਹਨੇ ਦਿਨ, ਤਾਂ ਕੀ ਕਰੇ ਉਹਨਾਂ ਨੇ ਵਿਚਾਰਿਆਂ ਨੇ ਤਾਂ ਚੰਗਾ ਸੋਚ ਕੇ ਅਗਲੇ ਨੂੰ PR ਕਰਾਤਾ,
ਪਹੁੰਚੇ ਹੋਏ ਸੀ, ਉੱਥੇ ਕੰਮ ਨਹੀਂ ਮਿਲ ਰਿਹਾ ਸੀ, ਉਦੋਂ ਰੋਂਦੇ ਸੀ। ਅੱਛਾ। ਪਰ ਉਸ ਤੋਂ ਬਾਅਦ ਫਿਰ ਜਦੋਂ PR ਹੋਏ ਤਾਂ ਕਹਿੰਦੇ ਜੀ ਸਤਿ ਸ਼੍ਰੀ ਅਕਾਲ। ਤਾਂ ਇਹ ਕਹਾਣੀਆਂ ਇਸ ਕਰਕੇ ਵੀ ਪੰਜਾਬੀ ਜਿਹੜੇ ਆ ਇੱਕ ਦੂਜੇ ਤੇ ਟਰਸਟ ਕਰਨ ਤੋਂ ਡਰਦੇ ਆ। ਫਿਰ ਜਾ ਕੇ ਬੰਦੇ ਜਦੋਂ ਥੋੜਾ ਜਿਹਾ ਪੱਕੇ ਪੈਰੀ ਹੁੰਦੇ, ਵਰਕ ਪਰਮਿਟ ਲੈਂਦੇ ਆ, ਥੋੜਾ ਜਿਹਾ ਉਹ ਘੱਟ ਵੇਜਸ ਤੇ ਕਈਆਂ ਨੂੰ ਰੱਖ ਲੈਂਦੇ ਆ ਵੀ ਭਾਈ ਠੀਕ ਆ ਤੇਰੇ ਕੋਲੇ ਕੋਈ ਵੀ ਕੰਮ ਨਹੀਂ ਹੈ, ਕੋਈ ਨਾ। ਫਿਰ ਕਿਉਂਕਿ ਉਹ ਤਾਂ ਵਰਬਲੀ ਗੱਲ ਹੁੰਦੀ ਆ, ਫਿਰ ਜਦੋਂ ਔਨ ਰਿਕਾਰਡ ਚੜਦਾ, ਪੈਸੇ ਖਾਤੇ ਥੋੜੇ ਜਿਹੇ ਘੱਟ ਪਾਉਂਦੇ ਆ ਉਹ, ਉਦੋਂ ਫਿਰ ਪਹਿਲਾਂ ਬੰਦੇ ਮਿੰਨਤਾਂ ਕੱਢਦੇ ਹੁੰਦੇ, ਉਦੋਂ ਫਿਰ ਕੋਰਟ ਪਹੁੰਚ ਜਾਂਦੇ ਆ। ਫਿਰ ਇਸ ਕਰਕੇ ਵੀ ਡਰਦੇ ਆ ਲੋਕ। ਜਿਵੇਂ ਅਸੀਂ ਜਾ ਕੇ ਆਏ ਹੁਣ ਉੱਥੇ ਤੁਸੀਂ ਸਾਰਾ ਮਾਹੌਲ ਦੇਖਿਆ, ਪੰਜਾਬੀਆਂ 'ਚ ਵਿਚ ਰਹੇ ਹੋ, ਮੁੰਡੇ ਕੁੜੀਆਂ ਨਾਲ ਤੁਸੀਂ ਗੱਲਾਂ ਬਾਤਾਂ ਕੀਤੀਆਂ, ਤਾਂ ਸਟੂਡੈਂਟ ਲਾਈਫ ਖਾਸ ਤੌਰ ਤੇ ਮੈਂ ਪੁੱਛਣਾ ਚਾਹੂੰਗਾ ਕਿ ਨੌਜਵਾਨੀ, ਕਿਉਂਕਿ ਬਹੁਤ ਜਾਂਦੇ ਨੇ ਨੌਜਵਾਨ, ਪਰ ਉੱਧਰ ਜੋ ਜਾਂਦੇ ਨੇ ਤਾਂ ਬਾਅਦ ਦੇ ਵਿੱਚ ਕਈ ਆਪਣੇ ਮਾਪਿਆਂ ਨੂੰ ਦੱਸ ਵੀ ਦਿੰਦੇ ਹੋਣਗੇ, ਕਈ ਮਾਪਿਆਂ ਨੂੰ ਨਹੀਂ ਵੀ ਦੱਸਦੇ ਹੋਣਗੇ, ਕਿਉਂਕਿ ਜੋ ਉੱਥੇ ਮੁਸ਼ਕਲਾਂ ਪੇਸ਼ ਹੁੰਦੀਆਂ ਉਹਨਾਂ ਨੂੰ। ਤਾਂ ਜਿਵੇਂ ਅਸੀਂ ਹੁਣ ਜ਼ਿਕਰ ਕੀਤਾ ਕਿ ਉਹ ਮੁੰਡਾ ਗੁਰਦੁਆਰੇ ਵਿੱਚ ਰਹਿ ਰਿਹਾ ਹੈਗਾ, ਉਹ ਰੋ ਰਿਹਾ ਹੈਗਾ, ਆਪਣਾ ਦਰਦ ਸੁਣਾ ਰਿਹਾ, ਤਾਂ ਅਜਿਹੇ ਬਹੁਤ ਸਾਰੇ ਹੋਰ ਵੀ ਹੋ ਸਕਦੇ ਆ। ਜਾਂ ਫਿਰ ਉੱਥੇ ਬਾਕੀ ਕਿਵੇਂ ਆ ਚੀਜ਼ਾਂ, ਜਿਵੇਂ ਆਪਾਂ ਮਿਨੀਮਮ ਵੇਜਸ ਦੀ ਗੱਲ ਕਰੀਏ, ਕੰਮਾਂ ਦੀ ਗੱਲ ਕਰੀਏ, ਜਾਂ ਸਟੂਡੈਂਟ ਇੱਕ ਜੋ ਜਾਂਦਾ ਹੈ 12-13 ਜੇ ਆਪਾਂ ਗੱਲ ਕਰੀਏ 12ਵੀਂ ਕਰਕੇ ਜੋ ਜਾਂਦਾ ਉੱਥੇ 17-18 ਸਾਲ ਦਾ ਇੱਕ ਨੌਜਵਾਨ, ਉਹਦੇ ਲਈ ਕਿਵੇਂ ਦੀ ਲਾਈਫ ਆ ਉੱਥੇ? ਕੈਨੇਡਾ ਦੇ ਵਿੱਚ ਤਾਂ ਹੁਣ ਕਿਹਾ ਜਾ ਰਿਹਾ ਬਹੁਤ ਮੰਦੀ ਹੈ। ਦੇਖੋ ਮੰਦੀ ਤਾਂ ਸਾਰੇ ਪਾਸੇ ਆ, ਪਰ ਨਿਊਜ਼ੀਲੈਂਡ ਵਾਲੇ ਪਾਸੇ ਥੋੜਾ ਜਿਹਾ ਚੱਲ ਰਿਹਾ ਸਿਸਟਮ ਇਸ ਹਿਸਾਬ ਨਾਲ। ਹਾਲਾਂਕਿ ਮੰਦੀ ਦਾ ਦੌਰ ਤਾਂ ਸਾਰੇ ਪਾਸੇ ਹੀ ਹੈ, ਪਰ ਜਿਹੜੇ ਲੋਕ ਤਾਂ ਜਾ ਰਹੇ, ਦੇਖੋ ਸਟੱਡੀ ਬੇਸ ਤੇ ਜਾਂਦਾ, ਉਹ ਸਟੱਡੀ ਕਰਦਾ ਆਪਦੀ 2 ਸਾਲਾਂ ਦਾ, ਚਲੋ ਉਸ ਤੋਂ ਬਾਅਦ ਉਹਨੂੰ ਵਰਕ ਪਰਮਿਟ ਮਿਲ ਜਾਂਦਾ ਜਿੰਨੇ ਵੀ ਸਮੇਂ ਦਾ ਮੌਕੇ ਦੀ ਪਾਲਿਸੀ ਦੇ ਮੁਤਾਬਕ। ਪਰ ਉਹ ਤਾਂ ਚਲੋ ਆਪਦਾ ਕੋਈ ਨਾ ਕੋਈ ਰਾਹ ਲੱਭ ਲੈਂਦੇ ਆ। ਪਰ ਜਿਹੜੇ ਹਰ ਥਾਂ ਤੇ ਇਸ ਤਰੀਕੇ, ਕਿਉਂਕਿ ਇੱਕ ਨਿਊਜ਼ੀਲੈਂਡ ਛੋਟਾ ਜਿਹਾ ਮੁਲਕ ਆ, ਔਰ ਇਸ ਕਰਕੇ ਵੀ ਸ਼ਾਇਦ, ਔਰ ਕਾਨੂੰਨ ਬਹੁਤ ਸਖਤ ਹੈ ਮਨਦੀਪ ਉੱਥੋਂ ਦੇ, ਔਰ ਇਸ ਕਰਕੇ ਵੀ ਕਿਉਂਕਿ ਜਿਹੜੇ ਬੰਦੇ ਆਪਣੇ ਕੈਨੇਡਾ ਜਾ ਕੇ ਜਾਂ USA ਜਾਂਦੇ ਟੂਰਿਸਟ ਵੀਜ਼ਾ ਤੇ, ਉਹ ਕੋਈ LMI ਜਾਂ ਕੁਛ ਨਾ ਕੁਛ ਸਿਸਟਮ ਲੱਭ ਲੈਂਦੇ ਆ, ਉੱਥੇ ਵਰਕ ਪਰਮਿਟ ਦਾ ਜੁਗਾੜ ਕਰ ਲੈਂਦੇ ਆ। ਪਰ ਇਧਰਲੇ ਬੰਨੇ ਸਖਤਾਈਆਂ ਜ਼ਿਆਦਾ ਹੋਣ ਕਰਕੇ ਪਿੱਛੇ ਜਿਹੀ ਸਖਤਾਈ ਕੀਤੀ ਹੈ, ਨਹੀਂ ਤਾਂ ਪਹਿਲਾਂ ਉਹ ਪੱਗ ਵਾਲੇ ਬੰਦੇ ਨੂੰ ਦੇਖ ਕੇ ਬਿਨਾਂ ਚੈਕਿੰਗ ਦੇ ਵੀ ਲੰਘਾ ਦਿੰਦੇ ਸੀ। ਮੈਂ ਲੋਕਾਂ ਨਾਲ ਗੱਲ ਕੀਤੀ ਆ, ਬਿਲਕੁਲ ਉਹ ਦੇਖ ਲੈਂਦੇ ਸੀਗੇ, ਠੀਕ ਹੈ, ਔਰ ਜਿੱਥੇ ਜੇ ਉਹਨਾਂ ਨੂੰ ਲੱਗਦਾ ਸੀਗਾ ਵੀ ਠੀਕ ਹੈ ਵੀ ਇਹ ਟਰਸਟਵਰਦੀ ਬੰਦੇ ਆ, ਪੰਜਾਬੀ ਆ, ਉਹ ਲੰਘਾ ਦਿੰਦੇ ਸੀਗੇ, ਇੰਨਾ ਸੀਗਾ। ਪਰ ਪਿੱਛੇ ਜੇ ਜਿਹੜੀਆਂ ਘਟਨਾਵਾਂ ਹੋਈਆਂ, ਉਸ ਤੋਂ ਬਾਅਦ ਉਹਨਾਂ ਦਾ ਟਰਸਟ ਟੁੱਟਿਆ, ਉਸ ਤੋਂ ਬਾਅਦ ਭਰੋਸਾ ਕਿਤੇ ਨਾ ਕਿਤੇ ਗਵਾਇਆ ਉੱਥੇ, ਸਖਤਾਈ ਕੀਤੀ ਆ, ਉਸ ਤੋਂ ਬਾਅਦ ਹੀ ਸਖਤਾਈ ਕੀਤੀ ਹੈ। ਕਿਉਂਕਿ ਪਿੱਛੇ ਜਦੋਂ 30 ਬੰਦੇ ਗਏ ਆ ਨਿਊਜ਼ੀਲੈਂਡ, ਉਹਨਾਂ ਵਾਲਾ ਕੇਸ ਬਹੁਤ ਹਾਈਲਾਈਟ ਹੋਇਆ, ਉਸ ਤੋਂ ਬਾਅਦ ਫਿਰ ਉਹਨਾਂ ਨੇ ਹੋਰ ਕਾਨੂੰਨ ਵੀ ਸਖਤ ਕਰ ਦਿੱਤਾ। ਲੇਬਰ ਗਵਰਨਮੈਂਟ ਆ ਉੱਥੇ, ਔਰ ਉਹਨਾਂ ਨੇ ਸਖਤ ਕਰ ਦਿੱਤਾ। ਹਾਲਾਂਕਿ ਜਿਹੜੇ EMPLOYER ਆ ਉਹ ਜ਼ਰੂਰ ਗਵਰਨਮੈਂਟ ਤੋਂ ਨਾਰਾਜ਼ ਆ ਕਿ ਭਾਈ ਤੁਸੀਂ ਲੇਬਰ ਦੇ ਬਾਰੇ ਹੀ ਸੋਚੀ ਜਾਂਦੇ ਹੋ, ਥੋੜਾ ਬਹੁਤਾ ਬਿਜ਼ਨਸ ਕਰਨ ਵਾਲਿਆਂ ਦੇ ਬਾਰੇ ਵੀ ਸੋਚੋ। ਜੇ ਬਿਜ਼ਨਸ ਹੀ ਠੱਪ ਹੋ ਗਏ ਤਾਂ ਫਿਰ ਕਿਵੇਂ ਹੋਊਗਾ? ਪਰ ਅਖੀਰਲੀ ਗੱਲ, ਅਖੀਰਲੇ ਪੁਆਇੰਟ ਤੇ ਆਉਣਾ ਮਨਦੀਪ, ਟੂਰਿਸਟ ਵੀਜ਼ਾ ਲਵਾ ਕੇ, ਵਿਜ਼ਟਰ ਵੀਜ਼ਾ ਲਵਾ ਕੇ ਜਿਹੜੇ ਨਿਊਜ਼ੀਲੈਂਡ ਜਾ ਰਹੇ ਆ, ਉੱਥੇ ਉਹ ਚਾਹੁੰਦੇ ਆ ਕਿ ਵਰਕ ਵੀਜ਼ਾ ਦੇ ਵਿੱਚ ਅਸੀਂ ਤਬਦੀਲ ਕਰ ਲਾਂਗੇ। ਜੇ ਭਾਈ ਤੁਹਾਡਾ ਕੋਈ ਖਾਸ ਬੰਦਾ ਹੈਗਾ, ਪੱਕੇ ਪੈਰੀਂ ਜਾਓ, ਨਹੀਂ ਤਾਂ ਐਵੇਂ ਲੱਖਾਂ ਰੁਪਏ ਲਾ ਕੇ ਜਾਣ ਦਾ ਉੱਥੇ ਕੋਈ ਤੁੱਕ ਨਹੀਂ ਹੈ। ਏਜੰਟਾਂ ਦੇ ਝਾਂਸੇ ਦੇ ਵਿੱਚ ਨਾ ਉਹ, ਬਹੁਤ ਸਾਰੇ ਲੋਕ ਏਜੰਟਾਂ ਦੇ ਝਾਂਸੇ ਦੇ ਵਿੱਚ ਆ ਕੇ ਜਾਈ ਜਾਂਦੇ ਆ, ਉੱਥੇ ਕੰਮ ਨਹੀਂ ਮਿਲਦਾ। ਫਿਰ ਅਖੀਰਲੀ ਜਿਹੜੀ ਸ਼ਰਨ ਲੈਂਦੇ ਉਹ ਗੁਰੂ ਘਰ ਦੇ ਵਿੱਚ ਜਾ ਕੇ ਉੱਥੇ ਫਿਰ ਰੋਂਦੇ ਪਿੱਟਦੇ, ਜਿੱਦਾਂ ਮੈਂ ਪਹਿਲਾਂ ਐਗਜ਼ਾਮਪਲ ਦਿੱਤੀ ਹੈ। ਔਰ ਰਿਸ਼ਤੇਦਾਰ ਵੀ ਜੇ ਤੁਹਾਨੂੰ ਉੱਥੇ ਭਰੋਸਾ ਦੇ ਰਿਹਾ ਪੱਕੇ ਪੈਰੀਂ ਕਿ ਭਾਈ ਆ ਜਾ ਔਰ ਉੱਥੇ ਕੰਮਕਾਜ ਅਸੀਂ ਦਵਾ ਦਾਂਗੇ, ਫੇਰ ਹੀ ਜਾਓ, ਨਹੀਂ ਤਾਂ ਮੈਂ ਉੱਥੇ ਜਾਣ ਦਾ ਕੋਈ ਮਤਲਬ ਨਹੀਂ ਹੈ। ਕਿਸੇ ਵੀ ਕੰਟਰੀ ਜਾਣ ਦਾ ਕੋਈ ਮਤਲਬ ਨਹੀਂ। ਜੇ ਤੁਹਾਨੂੰ ਕੋਈ ਸਾਂਭਣ ਵਾਲਾ ਹੈਗਾ ਤਾਂ ਹੀ ਜਾਓ, ਨਹੀਂ ਤਾਂ 15-15 ਲੱਖ ਲਾ ਕੇ ਉੱਥੇ ਫਿਰ ਰੋਲਣ ਦਾ ਕੋਈ ਤੁੱਕ ਨਹੀਂ ਬਣਦਾ। ਮੈਂ ਤੇ ਇਹ ਸਮਝਦਾ, ਬਹੁਤ ਸਾਰੇ ਲੋਕਾਂ ਨੂੰ ਮਿਲ ਕੇ ਆਇਆ, ਲੋਕ ਰੋਂਦੇ ਫਿਰਦੇ ਆ ਉੱਥੇ। ਤਾਂ ਇਹ ਸੀ ਸਾਡੀ ਖਾਸ ਰਿਪੋਰਟ। ਜਿਹੜੇ ਨੌਜਵਾਨ ਨਿਊਜ਼ੀਲੈਂਡ ਜਾਣਾ ਚਾਹੁੰਦੇ ਆ ਔਰ ਪਲਾਨ ਉਹ ਕਰ ਰਹੇ ਨੇ, ਤਾਂ ਸਾਰੇ ਤੁਸੀਂ ਇਹ ਰਿਪੋਰਟ ਜਿਹੜੀ ਆ ਜ਼ਰੂਰ ਦੇਖਿਓ, ਕਿਉਂਕਿ ਜਿਹੜੀ ਗੱਲਬਾਤ ਸੀ ਤੁਹਾਨੂੰ ਦੱਸੀ ਹੈ, ਸਾਡੇ ਜਿਹੜੇ ਦੱਸ ਦਈਏ ਕਿ ਰਿਪੋਰਟਰ ਜਾ ਕੇ ਆਏ ਨੇ ਵਿਕਰਮ, ਉਹਨਾਂ ਨੇ ਅੱਖੀਂ ਦੇਖਿਆ ਹਾਲ ਉੱਥੇ, ਤੁਹਾਨੂੰ ਦੱਸਿਆ ਕਿਵੇਂ ਉੱਥੇ ਨੌਜਵਾਨ ਧੱਕੇ ਖਾ ਰਹੇ ਨੇ, ਕਿਵੇਂ ਜਿਹੜਾ ਇੱਕ ਦੂਜੇ ਦੇ ਟਰਸਟ ਜਿਹੜੇ ਆ ਤੋੜਦੇ ਨਜ਼ਰ ਆਉਂਦੇ ਆ, ਭਰੋਸਾ ਤੋੜਦੇ ਆ। ਤਾਂ ਏਜੰਟਾਂ ਦੀ ਜੇ ਗੱਲ ਕਰ ਲਈਏ, ਏਜੰਟਾਂ ਦੇ ਤੁਸੀਂ ਜੇ ਜਾਲ ਦੇ ਵਿੱਚ ਨਾ ਫਸੋ, ਤਾਂ ਹੀ ਤੁਹਾਡੇ ਲਈ ਅਸੀਂ ਇਹ ਗੱਲਾਂ ਜਿਹੜੀਆਂ ਲੈ ਕੇ ਆਏ ਆ। ਸੁਣ ਕੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਆਖਰਕਾਰ ਤੁਹਾਡਾ ਵੀ ਜੇ ਕੋਈ ਗਿਆ ਤਾਂ, ਜਾਂ ਜਿਸ ਨੇ ਜਾਣਾ, ਕਿਵੇਂ ਲੱਗੀ ਵਿਚਾਰ ਚਰਚਾ। ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਕਮੈਂਟ ਜ਼ਰੂਰ ਕਰਿਓ।